मेरी हर तस्वीर सच बोलती है। सच बोलने वाली तस्वीर कभी भी झूठ नहीं बोलती। सच बोलना उन्हां दी फितरत है ते सच दी गल करना उन्हां दी हिम्मत। ते जो मस्जिद जो समा जो हालात वेखे अखां च हंजू जू उतरे ने, गला भर आंदा सी। पर जिहड़ा 20 तरीक का 26 तरीक का जिहड़ा वातावरण सी उहदे विच ते अमूमन जिहड़े संगत जिहड़ी दर्शनां नूं आई है, जिहड़ी आम लोकां वास्ते खोलिया गया है, ਉਹਦੇ ਵਿੱਚ ਲੋਕਾਂ ਨੂੰ ਭੁੱਬਾਂ ਮਾਰਦੇ ਵੇਖਿਆ ਗਿਆ। ਆਪਾਂ ਤਸਵੀਰਾਂ ਵੀ ਦਰਸ਼ਕਾਂ ਨਾਲ ਸਾਂਝੀਆਂ ਕਰ ਦਈਏ। ਮਹਿੰਗਾ ਸਿੰਘ ਦਾ ਤੁਸੀਂ ਜ਼ਿਕਰ ਕੀਤਾ ਕਿ 1 ਜੂਨ ਨੂੰ ਉਹਨਾਂ ਦਾ ਸੰਸਕਾਰ ਹੋਇਆ ਔਰ ਉਹ ਤਸਵੀਰ ਦਰਸ਼ਕਾਂ ਨੂੰ ਦਿਖਾ ਦਿੰਦੇ ਆ। ਇਹ ਤਸਵੀਰ ਹੈ ਜੋ 1 ਜੂਨ ਨੂੰ ਮਹਿੰਗਾ ਸਿੰਘ ਦਾ ਅੰਤਿਮ ਸੰਸਕਾਰ ਹੋਇਆ ਔਰ ਸਤਪਾਲ ਦਾਨਿਸ਼ ਜੀ ਵੱਲੋਂ ਇਸ ਫੋਟੋ ਨੂੰ ਕੈਪਚਰ ਜਿਹੜਾ ਉਹ ਕੀਤਾ ਗਿਆ। ਹੋਰ ਵੀ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਔਰ ਜਾਣਦੇ ਰਵਾਂਗੇ ਇਹਨਾਂ ਤੋਂ। ਇਹ ਤਸਵੀਰਾਂ ਨੇ ਜੋ ਇਹ ਕਿਸ ਦਿਨ ਦੀਆਂ ਨੇ, ਇਹਨਾਂ ਨੇ ਦੱਸਿਆ ਸੀ ਕਿ ਇਹ ਜੋ ਤਸਵੀਰਾਂ ਨੇ ਇਹ ਜੋ ਤੁਸੀਂ ਵੇਖ ਰਹੇ ਹੋ ਕੱਪੜੇ ਔਰ ਜੁੱਤੀਆਂ ਨੇ, ਇਹ 26 ਤਰੀਕ ਤੋਂ ਬਾਅਦ ਦੀਆਂ ਤਸਵੀਰਾਂ ਨੇ ਜਦੋਂ ਦਰਬਾਰ ਸਾਹਿਬ ਦੇ ਬਾਹਰਲੇ ਗਲਿਆਰੇ ਦੇ ਵਿੱਚ ਜੋ ਮ੍ਰਿਤਕ ਸੀ, ਜੋ ਉਸ ਵੇਲੇ ਦੇ ਸ਼ਹੀਦ ਸੀ, ਉਹਨਾਂ ਦੇ ਕੱਪੜੇ ਸ਼ਨਾਖਤ ਦੇ ਲਈ ਰੱਖੇ ਗਏ ਸੀ ਤਾਂ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਪਹਿਚਾਨ ਸਕਣ ਔਰ ਜਾਣ ਸਕਣ ਕਿ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ, ਉਹਨਾਂ ਦੇ ਜਿਹੜੇ ਪਰਿਵਾਰ ਦੇ ਵਿੱਚ ਰਹਿਣ ਵਾਲੇ ਆਗੂ ਨੇ, ਕਿਸੇ ਦਾ ਭੈਣ, ਕਿਸੇ ਦਾ ਭਰਾ, ਬੱਚੇ ਜੋ ਨੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਇਹ ਤਸਵੀਰ ਕਿਸ ਦਿਨ ਦੀ ਹੈ ਸਰ? ਇਹ 26 ਜੂਨ ਦੀ ਹੈ, ਜਿਸ ਦਿਨ ਪਬਲਿਕ ਵਾਸਤੇ ਦਰਬਾਰ ਸਾਹਿਬ ਨੂੰ ਖੋਲ੍ਹਿਆ ਗਿਆ। ਇਹ ਉਸੇ ਦਿਨ ਦੀ ਸੇਮ ਦਿਨ ਦੇ ਲੋਕੀ ਪਛਾਣ ਕਰਨ ਡਏ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਕੱਪੜਿਆਂ ਦੀ। ਇਹ ਪ੍ਰਕਰਮਾਂ ਦੇ ਵਿੱਚ ਜਿਹੜੇ ਕਮਰੇ ਸੀਗੇ ਜਿਸ ਵਿੱਚ ਘਾਟਕੁੱਟ ਟਾਈਪ ਦੇ ਬੰਦੇ ਰਹਿ ਰਹੇ ਸੀ, ਉਹ ਖਾਲੀ ਹਾਲਤ ਦੇ ਵਿੱਚ ਸਮਾਨ ਖਿਲਰਿਆ ਹੋਇਆ ਸੀਗਾ। ਇਹ ਰਾਮਗੜੀਆ ਬੁੰਗਾ ਦੇ ਉੱਤੇ ਲੋਕ ਚੜ੍ਹੇ ਹੋਏ ਨੇ ਤੇ ਇਹ ਵਾਚ ਕਰ ਰਹੇ ਨੇ ਕਿ ਕਿਹੜੀ ਜਗ੍ਹਾ ਕੀ ਹੋਇਆ। ਕਾਫੀ ਹਾਈਟ ਦੀ ਹੈਗੀ ਹੈ, ਇੱਥੋਂ ਸਾਰਾ ਕੰਪਲੈਕਸ ਨਜ਼ਰ ਆਉਂਦਾ ਹੈ। ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਨੇ ਔਰ ਪਰਮਰਾਜ ਉਮਰਾ ਨੰਗਲ ਜਿਨ੍ਹਾਂ ਨੂੰ ਬੇਅਦਬੀ ਮਾਮਲੇ ਦੇ ਵਿੱਚ ਨਾਮਜ਼ਦ ਵੀ ਕੀਤਾ ਗਿਆ ਸੀ, ਉਹਨਾਂ ਦੇ ਪਿਤਾ ਜੀ ਵੀ ਇਸ ਤਸਵੀਰ ਦੇ ਵਿੱਚ, ਜੀਵਨ ਸਿੰਘ ਉਮਰਾ ਨੰਗਲ ਇਸ ਤਸਵੀਰ ਦੇ ਵਿੱਚ ਮੌਜੂਦ ਨੇ। ਔਰ ਇੱਕ ਰੇਅਰ ਤਸਵੀਰ 1984 ਜੋ ਮੂੰਹੋਂ ਬੋਲ ਕੇ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਦੁਖਾਂਤ ਜਿਹੜਾ 1984 'ਚ ਵਾਪਰਿਆ, ਕਿਸ ਤਰ੍ਹਾਂ ਕੰਡਿਆਲੀਆਂ ਤਾਰਾਂ ਤੁਸੀਂ ਵੇਖ ਸਕਦੇ ਹੋ ਦਰਬਾਰ ਸਾਹਿਬ ਦੇ ਬਾਹਰ ਔਰ CRPF ਦਾ ਪੂਰਾ ਮਿਲਟਰੀ ਦਾ ਪੂਰਾ ਜਿਹੜਾ ਘੇਰਾ ਹੈ ਉਹ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਪਿਆ ਹੋਇਆ। ਹੋਰ ਤਸਵੀਰ, ਇੱਕ ਤਸਵੀਰ ਜੋ ਹਿਰਦੇ ਵਲੂੰਦਰਨ ਵਾਲੀ ਹੈ, ਇਹ ਤੁਸੀਂ ਵੇਖ ਸਕਦੇ ਹੋ। ਇਹ 1984 ਦੇ ਉਸੇ ਦੌਰ ਦੀ ਤਸਵੀਰ ਹੈ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਮਲਬੇ ਹੇਠਾਂ ਦੱਬ ਕੇ ਕਿਸੇ ਦੀ ਸ਼ਹਾਦਤ ਹੋਈ ਹੈ, ਇਹ ਉਸ ਦੀ ਤਸਵੀਰ ਹੈ। ਔਰ ਜੋ ਪਿੱਛੇ ਹੱਡੀਆਂ ਨੇ ਤੁਸੀਂ ਵੇਖ ਸਕਦੇ ਹੋ। ਮੇਰੇ ਚਾਚਾ ਜੀ ਹਰੀ, ਸਾਡੀ ਫੈਮਿਲੀ, ਮੇਰੇ ਗ੍ਰੈਂਡਫਾਦਰ, ਉਹ ਸਾਰੇ ਬਾਅਦ ਵਿੱਚ ਦੱਸਦੇ ਰਹੇ ਕਿ ਬੜੇ ਹੀ ਤਰਲੇ ਮਿੰਨਤਾਂ ਕਰਦੇ ਰਹੇ CRP ਦੀਆਂ, ਅਫਸਰਾਂ ਦੀਆਂ, ਕਿ ਸਾਡੇ ਉੱਥੇ ਫੈਮਿਲੀ ਮੈਂਬਰਸ ਹੈਗੇ ਨੇ। ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਸੀ, ਸਭ ਮਾਰੇ ਗਏ, ਸਭ ਮਾਰੇ ਗਏ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ TV ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਆਪਰੇਸ਼ਨ ਬਲੂ ਸਟਾਰ ਦੇ ਨਾਲ ਜੁੜੇ ਹੋਏ ਹਰੇਕ ਪਹਿਲੂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਕਿਸ ਤਰੀਕੇ ਦੇ ਨਾਲ ਆਪਰੇਸ਼ਨ ਬਲੂ ਸਟਾਰ ਦਾ ਖੌਫ ਅੱਜ ਵੀ 37 ਸਾਲ ਬਾਅਦ ਵੀ ਜਿਹੜਾ ਹੈ ਮਨਾਂ ਦੇ ਅੰਦਰ ਕਾਇਮ ਹੈ। ਸਿੱਖ ਕੌਮ ਨੂੰ ਇੱਕ ਵੱਡਾ ਝਟਕਾ ਉਸ ਵੇਲੇ ਲੱਗਿਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਹੁੰਦਾ ਹੈ ਔਰ ਵੱਖ-ਵੱਖ ਪਹਿਲੂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਜੋ ਚਸ਼ਮਦੀਦ ਨੇ ਉਹਨਾਂ ਦੇ ਅਨੁਭਵ ਸਾਂਝੇ ਕੀਤੇ ਨੇ, ਉਹਨਾਂ ਦੇ ਦੁੱਖ, ਉਹਨਾਂ ਦੇ ਦਰਦ ਸਾਂਝੇ ਕੀਤੇ ਨੇ ਕਿ ਕਿਸ ਤਰੀਕੇ ਨਾਲ ਉਹ ਇਸ ਬਲੂ ਸਟਾਰ ਆਪਰੇਸ਼ਨ ਜਿਹੜਾ ਸੀ ਉਸਦੇ ਜਿਹੜੇ ਪੀੜਤ ਨੇ ਉਹ ਬਣੇ ਨੇ। ਪਰ ਅੱਜ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸ਼ਾਇਦ ਹੀ ਉਹ ਤੁਸੀਂ ਕਦੇ ਵੇਖਿਆ ਹੋਵੇ। ਹਾਂ, 1984 ਦੀਆਂ ਜਾਂ ਉਸਦੇ ਆਸ-ਪਾਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਜੋ ਇੰਟਰਨੈਟ 'ਤੇ ਵਾਇਰਲ ਹੁੰਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਤਸਵੀਰ ਇਹ ਵੀ ਹੈ। ਇੰਟਰਨੈਟ 'ਤੇ ਅਕਸਰ ਵਾਇਰਲ ਹੋਣ ਵਾਲੀਆਂ ਤਸਵੀਰਾਂ
ਤੁਸੀਂ ਦੇਖਦੇ ਰਹਿੰਦੇ ਹੋ ਔਰ ਜੋ ਤਸਵੀਰਾਂ ਖਿੱਚੀਆਂ ਨੇ ਉਹ ਨੇ ਸਤਪਾਲ ਸਿੰਘ ਦਾਨਿਸ਼, ਜਿਨ੍ਹਾਂ ਨੇ ਜੂਨ 1984 ਦੀ ਫੋਟੋਗ੍ਰਾਫੀ ਕੀਤੀ। ਉਸ ਦੌਰ ਦੀ, ਉਸ ਕਾਲੇ ਦੌਰ ਦੀ ਫੋਟੋਗ੍ਰਾਫੀ ਕੀਤੀ ਜਦੋਂ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਹੈ ਔਰ ਬਹੁਤ ਰੇਅਰ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ, ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਔਰ ਸਭ ਤੋਂ ਵੱਡੀ ਗੱਲ, ਇਹਨਾਂ ਨੇ ਉਹ ਸਾਰਾ ਜਿਹੜਾ ਘਟਨਾਕ੍ਰਮ ਹੈ ਆਪਣੀਆਂ ਅੱਖਾਂ ਨਾਲ ਵੇਖਿਆ, ਕਿਉਂਕਿ ਜਦੋਂ ਆਪਾਂ ਦਰਬਾਰ ਸਾਹਿਬ ਦੀ ਐਂਟਰੀ ਕਰਦੇ ਹਾਂ ਤਾਂ ਐਂਟਰੀ ਦੇ ਉੱਤੇ ਹੀ ਇਹਨਾਂ ਦੀ ਦੁਕਾਨ ਹੈ, ਬਹੁਤ ਪੁਰਾਣੀ ਦੁਕਾਨ ਹੈ ਤੇ ਉਹ 1984 ਦਾ ਮੰਜ਼ਰ ਵੀ ਇਹ ਬਾਖੂਬੀ ਬਿਆਨ ਕਰਦੇ ਨੇ ਔਰ ਫੋਟੋਗ੍ਰਾਫੀ ਵੀ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰ, ਅਸੀਂ ਜੂਨ 1984 ਦੇ ਜਿਹੜੇ ਪੂਰੇ ਘਟਨਾਕ੍ਰਮ ਨੇ ਉਹਨਾਂ ਦੇ ਬਾਰੇ ਸੁਣਦੇ ਰਹਿੰਦੇ ਹਾਂ ਔਰ ਬਹੁਤ ਸਾਰੀਆਂ ਤਸਵੀਰਾਂ ਜੋ ਅਸੀਂ ਵੇਖਦੇ ਹਾਂ ਉਹ ਅਸੀਂ ਦਰਸ਼ਕਾਂ ਨੂੰ ਦੱਸਿਆ ਹੈ ਕਿ ਤੁਹਾਡੇ ਕੈਮਰੇ ਦੀ ਅੱਖ 'ਚੋਂ ਨਿਕਲ ਕੇ ਉਹ ਤਸਵੀਰਾਂ ਅੱਜ ਸੋਸ਼ਲ ਮੀਡੀਆ 'ਤੇ ਜਾਂ ਮੀਡੀਆ 'ਤੇ ਇੰਟਰਨੈਟ 'ਤੇ ਖੂਬ ਵਾਇਰਲ ਹੋ ਰਹੀਆਂ ਨੇ। ਅਤੇ ਤੁਹਾਡੀ ਫੈਮਿਲੀ ਜਿਸ ਤਰੀਕੇ ਦੇ ਨਾਲ ਸਿੱਖ ਕੌਮ ਦੀ ਇੱਕ ਹਿੱਸਾ ਬਣੀ ਰਹੀ ਹੈ ਔਰ ਜਿਹੜੇ ਤੁਹਾਡੇ ਦਾਦਾ ਜੀ ਨੇ ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਨਿਕਾਸ਼ੀ ਕੀਤੀ ਹੈ, ਗਿਆਨ ਸਿੰਘ ਨਕਾਸ਼ ਨੇ। ਅਸੀਂ ਗੱਲ 1984 ਦੀ ਵੀ ਕਰਾਂਗੇ। ਕਿਸ ਤਰੀਕੇ ਦੇ ਨਾਲ ਤੁਸੀਂ, ਜਿੱਦਾਂ ਆਪਾਂ ਗੱਲ ਕੀਤੀ ਕਿ ਤੁਸੀਂ ਕਿਹਾ ਕਿ ਸੰਦਾਪ ਵੇਖਿਆ ਨਹੀਂ ਬਲਕਿ ਹੰਢਾਇਆ ਹੈ, ਆਪਾਂ ਤਸਵੀਰਾਂ ਵੀ ਦਰਸ਼ਕਾਂ ਨੂੰ ਵਿਖਾਵਾਂਗੇ, ਪਰ ਪਹਿਲਾਂ 1984 ਦੇ 1 ਜੂਨ ਤੋਂ ਲੈ ਕੇ 6 ਜੂਨ ਦੇ ਉਸ ਘਟਨਾਕ੍ਰਮ ਨੂੰ ਵੇਖਾਂਗੇ, ਕਿਉਂਕਿ ਦਰਬਾਰ ਸਾਹਿਬ ਦੀ ਐਂਟਰੀ ਦੇ ਉੱਤੇ ਹੀ ਤੁਹਾਡੀ ਸ਼ਾਪ ਹੈ ਔਰ ਜਦੋਂ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਤੇ ਉਸ ਗਲਿਆਰੇ ਦੇ ਵਿੱਚ ਇਹ ਪੂਰਾ ਜਿਹੜਾ ਬਾਜ਼ਾਰ ਹੈ ਜੋ ਦਰਬਾਰ ਸਾਹਿਬ ਦੀ ਅੱਜ ਰੌਣਕ ਬਣਿਆ ਹੋਇਆ ਉਹ ਵੀ ਆਉਂਦਾ ਹੈ। ਕਿਸ ਤਰੀਕੇ ਨਾਲ ਬਿਆਨ ਕਰੋਗੇ ਉਸ ਘਟਨਾਕ੍ਰਮ ਨੂੰ? ਉਸ ਟਾਈਮ ਭਾਰਤੀ ਫੌਜ ਦੇ ਸਾਹਮਣੇ ਕੋਈ ਬੰਦਾ, ਸਿਵਲ ਬੰਦਾ ਟਿਕ ਨਹੀਂ ਸੀ ਸਕਦਾ। ਮੈਂ ਉਸ ਸਮੇਂ ਦਾ ਕੋਈ ਬਿਆਨ ਨਹੀਂ ਕਰ ਸਕਦਾ। ਸਿਰਫ 1 ਤਰੀਕ ਨੂੰ ਜਿਹੜਾ ਮਹਿੰਗਾ ਸਿੰਘ ਨਾਂ ਦਾ ਸ਼ਖਸ ਸ਼ਹੀਦ ਹੋਇਆ ਸੀ ਉਹਦੇ ਸੰਸਕਾਰ ਬਾਰੇ ਹੀ ਗੱਲ ਕਰਾਂਗਾ, ਜਿਹਦੀ ਤਸਵੀਰ ਮੈਂ ਖਿੱਚੀ ਸੀ 1 ਜੂਨ ਨੂੰ। ਉਸ ਤੋਂ ਬਾਅਦ ਜੋ ਕੁਝ ਘਟਨਾਕ੍ਰਮ ਹੋਏ ਨੇ ਉਹ ਆਰਮੀ ਦੇ ਦੇਖ ਰੇਖ 'ਚ ਹੋਏ ਨੇ। ਉਹਦੇ ਵਿੱਚ ਸਿਵਲ ਬੰਦੇ ਨੂੰ ਜਾਣ ਦੀ ਕੋਈ ਇਜਾਜ਼ਤ ਨਹੀਂ ਸੀ, ਨਾ ਹੀ ਕੋਈ ਵੇਖਿਆ ਬੰਦਾ, ਕਿਉਂਕਿ ਜਿੰਨੇ ਵੀ ਜਰਨਲਿਸਟ ਸਨ ਜਿਨ੍ਹਾਂ ਦੇ ਪਾਸ ਇਸ਼ੂ ਕੀਤੇ ਗਏ ਸੀਗੇ ਉਹ ਸਾਰੇ ਖਾਰਜ ਕਰ ਦਿੱਤੇ ਗਏ ਸੀਗੇ। ਆਰਮੀ ਆਪਰੇਸ਼ਨ ਜਿੱਥੇ ਵੀ ਕਰੇ ਉੱਥੇ ਸਿਵਲੀਅਨ ਦਾ ਹੋਣਾ ਜ਼ਰੂਰੀ ਨਹੀਂ ਹੁੰਦਾ, ਨਾ ਹੀ ਕਦੀ ਹੋ ਸਕਦਾ ਹੈ। ਇਸ ਲਈ ਉਸ ਤੋਂ ਬਾਅਦ ਦੀ ਜਿਹੜੀਆਂ ਘਟਨਾ ਨੇ 20 ਤੋਂ ਪਹਿਲਾਂ ਦੀਆਂ, 10 ਤਰੀਕ ਤੋਂ ਬਾਅਦ ਦੀਆਂ, ਉਹ ਜ਼ਰੂਰ ਵੇਖੀਆਂ ਨੇ। 6 ਜੂਨ ਨੂੰ, ਪਹਿਲੀ ਤੋਂ ਲੈ ਕੇ 6 ਜੂਨ ਨੂੰ ਜਿਹੜੀ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਪਰਦਾ ਪਾਉਣ ਲਈ, ਪ੍ਰਕਰਮਾਂ ਦੇ ਵਿੱਚੋਂ ਮਲਬਾ ਹਟਾਉਣ ਲਈ, ਸਾਫ ਸੁਥਰਾ ਲਹੂ ਦੇ ਨਿਸ਼ਾਨ ਮਿਟਾਉਣ ਲਈ ਬੜੀ ਤੇਜ਼ੀ ਨਾਲ ਕੰਮ ਕੀਤਾ ਗਿਆ। ਰਾਸ਼ਟਰਪਤੀ ਵੀ ਆਏ, ਉਹਨਾਂ ਦੇ ਸਵਾਗਤ ਲਈ ਸਫਾਈ ਕੀਤੀ ਗਈ, ਪਰ ਆਮ ਜਨਤਾ ਵਾਸਤੇ ਉਹ ਰਾਹ ਜਾਂ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਮੈਂ ਤਕਰੀਬਨ 10 ਤਰੀਕ ਦੇ ਲਾਗੇ ਜਾਗੇ 8-9 ਤਰੀਕ ਨੂੰ ਆਉਂਦਾ ਜਾਂਦਾ ਰਿਹਾ। ਮੈਂ ਕਰਫਿਊ ਪਾਸ ਅਲਾਉ ਕੀਤੇ ਗਏ, ਪਰ ਉਸ ਹੱਦ ਤੱਕ ਦਰਬਾਰ ਸਾਹਿਬ ਦੇ ਹੱਦ ਵਿੱਚ ਵੜਨ ਤੱਕ ਅਲਾਉ ਨਹੀਂ ਸੀ। ਉਹ ਤਕਰੀਬਨ 500 ਫੁੱਟ ਦੂਰ, 500 ਗਜ ਦੂਰ ਹੀ ਸਾਨੂੰ ਅਲਾਉ ਕੀਤਾ ਗਿਆ। ਫਿਰ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਫੌਜ ਦੇ ਕੁਝ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਕਰਕੇ ਮੈਂ ਆਉਂਦਾ ਰਿਹਾ। ਮੈਂ ਤੇ ਜੋ ਸਮਾਂ, ਜੋ ਹਾਲਾਤ ਵੇਖੇ, ਅੱਖਾਂ 'ਚ ਹੰਝੂ ਜ਼ਰੂਰ ਉਤਰੇ ਨੇ, ਗਲਾ ਭਰ ਆਉਂਦਾ ਸੀ। ਪਰ ਜਿਹੜਾ 20 ਤਰੀਕ ਦਾ, 26 ਤਰੀਕ ਦਾ ਜਿਹੜਾ ਵਾਤਾਵਰਨ ਸੀ ਉਹਦੇ ਵਿੱਚ ਤੇ ਅਮੂਮਨ ਜਿਹੜੇ ਸੰਗਤ ਜਿਹੜੀ ਦਰਸ਼ਨਾਂ ਨੂੰ ਆਈ ਹੈ, ਜਿਹੜੀ ਆਮ ਲੋਕਾਂ ਵਾਸਤੇ ਖੋਲ੍ਹਿਆ ਗਿਆ, ਉਹਦੇ ਵਿੱਚ ਲੋਕਾਂ ਨੂੰ ਭੁੱਬਾਂ ਮਾਰਦੇ ਵੇਖਿਆ ਗਿਆ।
ਆਪਾਂ ਤਸਵੀਰਾਂ ਵੀ ਦਰਸ਼ਕਾਂ ਨਾਲ ਸਾਂਝੀਆਂ ਕਰ ਦਈਏ। ਮਹਿੰਗਾ ਸਿੰਘ ਦਾ ਤੁਸੀਂ ਜ਼ਿਕਰ ਕੀਤਾ ਕਿ 1 ਜੂਨ ਨੂੰ ਉਹਨਾਂ ਦਾ ਸੰਸਕਾਰ ਹੋਇਆ ਔਰ ਉਹ ਤਸਵੀਰ ਦਰਸ਼ਕਾਂ ਨੂੰ ਦਿਖਾ ਦਿੰਦੇ ਆ। ਇਹ ਉਹ ਤਸਵੀਰ ਹੈ ਜੋ 1 ਜੂਨ ਨੂੰ ਮਹਿੰਗਾ ਸਿੰਘ ਦਾ ਅੰਤਿਮ ਸੰਸਕਾਰ ਹੋਇਆ ਔਰ ਸਤਪਾਲ ਦਾਨਿਸ਼ ਜੀ ਵੱਲੋਂ ਇਸ ਫੋਟੋ ਨੂੰ ਕੈਪਚਰ ਜਿਹੜਾ ਉਹ ਕੀਤਾ ਗਿਆ। ਹੋਰ ਵੀ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਔਰ ਜਾਣਦੇ ਰਵਾਂਗੇ ਇਹਨਾਂ ਤੋਂ। ਇਹ ਤਸਵੀਰਾਂ ਨੇ ਜੋ ਇਹ ਕਿਸ ਦਿਨ ਦੀਆਂ ਨੇ, ਇਹ ਇਹਨਾਂ ਨੇ ਦੱਸਿਆ ਸੀ ਕਿ ਇਹ ਜੋ ਤਸਵੀਰਾਂ ਨੇ ਇਹ ਜੋ ਤੁਸੀਂ ਵੇਖ ਰਹੇ ਹੋ ਕੱਪੜੇ ਔਰ ਜੁੱਤੀਆਂ ਨੇ, ਇਹ 26 ਤਰੀਕ ਤੋਂ ਬਾਅਦ ਦੀਆਂ ਤਸਵੀਰਾਂ ਨੇ ਜਦੋਂ ਦਰਬਾਰ ਸਾਹਿਬ ਦੇ ਬਾਹਰਲੇ ਗਲਿਆਰੇ ਦੇ ਵਿੱਚ ਜੋ ਮ੍ਰਿਤਕ ਸੀ, ਜੋ ਉਸ ਵੇਲੇ ਦੇ ਸ਼ਹੀਦ ਸੀ, ਉਹਨਾਂ ਦੇ ਕੱਪੜੇ ਸ਼ਨਾਖਤ ਦੇ ਲਈ ਰੱਖੇ ਗਏ ਸੀ ਤਾਂ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਪਹਿਚਾਨ ਸਕਣ ਔਰ ਜਾਣ ਸਕਣ ਕਿ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ, ਉਹਨਾਂ ਦੇ ਜਿਹੜੇ ਪਰਿਵਾਰ ਦੇ ਵਿੱਚ ਰਹਿਣ ਵਾਲੇ ਆਗੂ ਨੇ, ਕਿਸੇ ਦਾ ਭੈਣ, ਕਿਸੇ ਦਾ ਭਰਾ, ਬੱਚੇ ਜੋ ਨੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਇਹ ਤਸਵੀਰ ਕਿਸ ਦਿਨ ਦੀ ਹੈ ਸਰ? ਇਹ 26 ਜੂਨ ਦੀ ਹੈ, ਜਿਸ ਦਿਨ ਪਬਲਿਕ ਵਾਸਤੇ ਦਰਬਾਰ ਸਾਹਿਬ ਨੂੰ ਖੋਲ੍ਹਿਆ ਗਿਆ। ਔਰ ਇਹ ਤਸਵੀਰ ਇਹ ਉਸੇ ਦਿਨ ਦੀ ਉਹ ਸੇਮ ਦਿਨ ਦੇ ਲੋਕੀ ਪਛਾਣ ਕਰਨ ਡਏ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਦੇ ਕੱਪੜਿਆਂ ਦੀ। ਔਰ ਇਹ ਪ੍ਰਕਰਮਾਂ ਦੇ ਵਿੱਚ ਜਿਹੜੇ ਕਮਰੇ ਸੀਗੇ ਜਿਸ ਵਿੱਚ ਕਾਟਕੁੱਟ ਟਾਈਪ ਦੇ ਬੰਦੇ ਰਹਿ ਰਹੇ ਸੀ, ਉਹ ਖਾਲੀ ਹਾਲਤ ਦੇ ਵਿੱਚ ਸਮਾਨ ਖਿਲਰਿਆ ਹੋਇਆ ਸੀਗਾ। ਇਹ ਰਾਮਗੜੀਆ ਬੁੰਗਾ ਦੇ ਉੱਤੇ ਲੋਕ ਚੜੇ ਹੋਏ ਨੇ ਤੇ ਇਹ ਵਾਚ ਕਰ ਰਹੇ ਨੇ ਕਿ ਕਿਹੜੀ ਕਿਹੜੀ ਜਗ੍ਹਾ ਕੀ ਹੋਇਆ। ਕਾਫੀ ਹਾਈਟ ਦੀ ਹੈਗੀ ਹੈ, ਇੱਥੋਂ ਸਾਰਾ ਕੰਪਲੈਕਸ ਨਜ਼ਰ ਆਉਂਦਾ ਹੈ। ਔਰ ਇਹ ਤਸਵੀਰ ਕਿਸ ਘਟਨਾ ਇਹ ਪਿਕਟ ਸਰਾਂ ਦੇ ਬਾਹਰ ਗੇਟ ਦੇ ਉੱਤੇ ਫਸਟ ਐਂਟਰੀ ਜਿਹੜੀ ਹੈ ਦਰਬਾਰ ਸਾਹਿਬ ਨੂੰ ਜਾਂਦੇ ਆ ਉਸ ਗੇਟ ਦੀ ਹੈ ਤੇ ਪਿਕ ਜਿਹੜੀ ਹੈ CRPF ਵੱਲੋਂ ਲਾਈ ਗਈ ਹੈ ਨਿਗਰਾਨੀ ਵਾਸਤੇ। ਔਰ ਇਸ ਤਸਵੀਰ ਦੇ ਵਿੱਚ ਪੰਜਾਬ ਦੇ ਜਿਹੜੇ ਵੱਡੇ ਲੀਡਰ ਨੇ ਉਹ ਮੌਜੂਦ ਨੇ। ਇਹ ਕਿਸ ਦਿਨ ਦੀ ਤਸਵੀਰ ਹੈ? ਇਹ ਅਪ੍ਰੈਲ 1978 ਦੀ ਹੈ, 14 ਅਪ੍ਰੈਲ ਦੀ, ਜਦੋਂ 13 ਸਿੰਘਾਂ ਦਾ ਸੰਸਕਾਰ ਕੀਤਾ ਗਿਆ। ਨਿਰੰਕਾਰੀ ਕਾਂਡ ਹੋਇਆ ਔਰ ਨਿਰੰਕਾਰੀ ਕਾਂਡ ਕੀਤਾ ਹੋਇਆ। ਉਹਦੇ ਵਿੱਚ ਪੰਜਾਬ ਦੇ ਉੱਘੇ ਜਿਹੜੇ ਨੇਤਾ ਸੀਗੇ ਉਹ ਆਪਣੀ ਸ਼ਮੂਲੀਅਤ ਦੇ ਲਈ ਆਏ। ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਨੇ ਔਰ ਪਰਮਰਾਜ ਉਮਰਾ ਨੰਗਲ ਜਿਨ੍ਹਾਂ ਨੂੰ ਬੇਅਦਬੀ ਮਾਮਲੇ ਦੇ ਵਿੱਚ ਨਾਮਜ਼ਦ ਵੀ ਕੀਤਾ ਗਿਆ ਸੀ, ਉਹਨਾਂ ਦੇ ਪਿਤਾ ਜੀ ਵੀ ਇਸ ਤਸਵੀਰ ਦੇ ਵਿੱਚ, ਜੀਵਨ ਸਿੰਘ ਉਮਰਾ ਨੰਗਲ ਇਸ ਤਸਵੀਰ ਦੇ ਵਿੱਚ ਮੌਜੂਦ ਨੇ। ਔਰ ਇੱਕ ਰੇਅਰ ਤਸਵੀਰ 1984 ਜੋ ਮੂੰਹੋਂ ਬੋਲ ਕੇ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਦੁਖਾਂਤ ਜਿਹੜਾ 1984 'ਚ ਵਾਪਰਿਆ, ਕਿਸ ਤਰ੍ਹਾਂ ਕੰਡਿਆਲੀਆਂ ਤਾਰਾਂ ਤੁਸੀਂ ਵੇਖ ਸਕਦੇ ਹੋ ਦਰਬਾਰ ਸਾਹਿਬ ਦੇ ਬਾਹਰ ਔਰ CRPF ਦਾ ਪੂਰਾ ਮਿਲਟਰੀ ਦਾ ਪੂਰਾ ਜਿਹੜਾ ਘੇਰਾ ਹੈ ਉਹ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਪਿਆ ਹੋਇਆ। ਹੋਰ ਤਸਵੀਰ, ਇੱਕ ਤਸਵੀਰ ਜੋ ਹਿਰਦੇ ਵਲੂੰਦਰਨ ਵਾਲੀ ਹੈ, ਇਹ ਤੁਸੀਂ ਵੇਖ ਸਕਦੇ ਹੋ। ਇਹ 1984 ਦੇ ਉਸੇ ਦੌਰ ਦੀ ਤਸਵੀਰ ਹੈ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਮਲਬੇ ਹੇਠਾਂ ਦੱਬ ਕੇ ਕਿਸੇ ਦੀ ਸ਼ਹਾਦਤ ਹੋਈ ਹੈ, ਇਹ ਉਸ ਦੀ ਤਸਵੀਰ ਹੈ ਔਰ ਜੋ ਪਿੱਛੇ ਹੱਡੀਆਂ ਨੇ ਤੁਸੀਂ ਵੇਖ ਸਕਦੇ ਹੋ। ਇਹ ਤਸਵੀਰਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਸਤਪਾਲ ਸਿੰਘ ਦਾਨਿਸ਼ ਦੇ ਵੱਲੋਂ ਇਸ ਦੀ ਫੋਟੋਗ੍ਰਾਫੀ ਜਿਹੜੀ ਕੀਤੀ ਗਈ ਹੈ। ਦਰਸ਼ਕ ਜਦੋਂ ਵੀ ਦਰਬਾਰ ਸਾਹਿਬ ਆਉਣ ਉਹ ਇੱਥੇ ਆ ਕੇ ਫੋਟੋਆਂ ਦੇਖ ਸਕਦੇ ਨੇ ਔਰ ਅਗਰ ਚਾਹੁਣ ਤੇ ਲੈ ਵੀ ਸਕਦੇ ਨੇ। ਇਹ ਦਰਬਾਰ ਸਾਹਿਬ ਤੋਂ ਹਮਲੇ ਤੇ ਬਾਅਦ ਦੀ ਤਸਵੀਰ ਹੈ, ਅਕਾਲ ਤਖਤ ਸਾਹਿਬ ਦੇ ਹਮਲੇ ਤੋਂ ਬਾਅਦ ਦੀ ਤਸਵੀਰ ਹੈ ਜਦੋਂ ਢਹਿ ਢੇਰੀ ਹੋਇਆ ਔਰ ਦੁਬਾਰਾ ਮੁਰੰਮਤ ਜੋ ਇਸ ਦੀ ਹੈ ਕਰਵਾਈ ਜਾ ਰਹੀ ਹੈ। ਔਰ ਸਰ ਇਹ ਤਸਵੀਰ ਐਨਕਾਊਂਟਰ ਦੀ ਹੈ ਕਿਸੇ ਖੜਕੂ ਦੀ। ਇਹ ਕਿਸ ਦੌਰ ਦੀ ਤਸਵੀਰ ਹੈ, ਕੁਝ ਦੱਸ ਸਕਦੇ ਹੋ? ਇਹ 82 83 ਦੀ ਹੈ। ਔਰ ਇਹ ਵੀ 82 83 ਦੀ ਹੈ। ਇੱਕ ਦੁਕਾਨਦਾਰ ਨੂੰ ਮਾਰ ਕੇ ਭੱਜ ਗਏ। ਸੋ तमाम ਤਸਵੀਰਾਂ ਤੁਸੀਂ ਵੇਖੀਆਂ ਨੇ, ਇਹ ਕੁਝ ਵੀ ਨਹੀਂ, ਇਸ ਤੋਂ ਇਲਾਵਾ ਬਹੁਤ ਸਾਰੀਆਂ ਅਣਦੇਖੀਆਂ ਤਸਵੀਰਾਂ ਇਹਨਾਂ ਦੇ ਕੋਲ ਮੌਜੂਦ ਨੇ ਜਿਨ੍ਹਾਂ ਦੀ ਫੋਟੋਗ੍ਰਾਫੀ ਇਹਨਾਂ ਦੇ ਵੱਲੋਂ ਕੀਤੀ ਗਈ ਹੈ। ਕਿਸ ਤਰੀਕੇ ਦੇ ਨਾਲ ਇਹਨਾਂ ਨੇ ਬਿਆਨ ਕੀਤਾ ਕਿ 26 ਜੂਨ ਜਿਹੜਾ ਹੈ, 26 ਜੂਨ ਨੂੰ ਜਿਹੜਾ ਦਰਬਾਰ ਸਾਹਿਬ ਦਾ ਦਰਵਾਜ਼ਾ ਹੈ ਦੁਬਾਰਾ ਸਿੱਖ ਸੰਗਤ ਤੇ ਨਤਮਸਤਕ ਹੋਣ ਲਈ ਖੋਲ੍ਹਿਆ ਗਿਆ ਔਰ ਜੋ ਮੰਜ਼ਰ ਸੀ ਉਹ ਬੇਹੱਦ
ਡਰਾਉਣ ਵਾਲਾ ਸੀ। ਅੱਖਾਂ 'ਚੋਂ ਹੰਝੂ ਵੀ ਆ ਗਏ। ਦਰਦ ਭਰਿਆ ਉਹ ਮੰਜ਼ਰ ਸੀ। ਕਿਵੇਂ ਜੋ ਕੱਪੜੇ ਨੇ ਉਹਨਾਂ ਤੋਂ ਜਿਹੜੇ ਉਹਨਾਂ ਦੇ ਮ੍ਰਿਤਕ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਸ਼ਨਾਖਤ ਜਿਹੜੀ ਹੈ ਕੀਤੀ ਜਾ ਰਹੀ ਸੀ। ਇਹਨਾਂ ਦੀ ਪਰਿਵਾਰਕ ਮੈਂਬਰ ਹੋਰ ਵੀ ਇੱਥੇ ਮੌਜੂਦ ਨੇ ਕਿਉਂਕਿ ਅੰਮ੍ਰਿਤਸਰ 'ਚ ਲੰਬੇ ਸਮੇਂ ਤੋਂ ਰਹਿੰਦੇ ਨੇ ਔਰ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ 1 ਤੋਂ 6 ਜੂਨ ਤੱਕ ਜੋ ਗੋਲੀਆਂ ਦਾ ਘਟਨਾਕ੍ਰਮ ਵਾਪਰਿਆ ਉਹਨਾਂ ਨੂੰ ਮਹਿਸੂਸ ਵੀ ਕੀਤਾ ਹੈ। ਇਹਨਾਂ ਦੀ ਭਤੀਜੀ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਹੀ ਇਸੇ ਜਗ੍ਹਾ ਤੇ ਰਹਿੰਦੇ ਸੀ ਔਰ ਉਸ ਵਰਤਾਰੇ ਦੇ ਬਾਰੇ ਜਾਣਾਂਗੇ। ਮੈਮ ਕੀ ਨਾਮ ਹੈ ਤੁਹਾਡਾ? ਕਿਰਨਦੀਪ ਕੌਰ। ਸਤਿ ਸ਼੍ਰੀ ਅਕਾਲ ਜੀ। ਕਿਰਨ ਜੀ 37 ਸਾਲ ਹੋ ਗਏ ਨੇ, ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? 12 ਸਾਲ ਦੀ ਮੇਰੀ ਉਮਰ ਸੀਗੀ ਤੇ ਅਸੀਂ ਸਕੂਲੋਂ ਵਾਪਸ ਆਏ ਸੀਗੇ ਤੇ ਸਵੇਰੇ 4 ਵਜੇ ਮੇਰੇ ਫਾਦਰ ਉੱਪਰ ਛੱਤ 'ਤੇ ਸੋ ਰਹੇ ਸੀ ਜਦੋਂ ਸਭ ਤੋਂ ਪਹਿਲਾਂ ਬੰਬਿੰਗ ਸ਼ੁਰੂ ਹੋਈ ਹੈ ਤੇ ਉਹਨਾਂ ਨੇ ਥੱਲੇ ਆ ਕੇ ਤੇ ਕਿਹਾ ਕਿ ਬੰਬਿੰਗ ਸ਼ੈਲਿੰਗ ਸ਼ੁਰੂ ਹੋ ਗਈ। ਥੱਲੇ ਆ ਕੇ ਸਾਨੂੰ ਉਠਾਇਆ, ਸਭ ਕੁਝ ਬੰਦ ਹੋ ਗਿਆ। ਲਿਮਿਟਿਡ ਰਿਸੋਰਸਿਸ ਨਾਲ ਅਸੀਂ ਅੰਦਰ ਕੈਦ ਹੋ ਗਏ। ਸਾਰੀ ਮਾਰਕੀਟ ਖਾਲੀ ਸੀਗੀ ਕਿਉਂਕਿ ਉਸ ਵੇਲੇ ਸ਼ਹੀਦੀ ਗੁਰਪੁਰਬ ਦੇ ਸਿਲਸਿਲੇ ਦੇ ਵਿੱਚ ਮਾਰਕੀਟ 'ਚੋਂ ਕਾਫੀ ਲੋਕ ਜਿਹੜੇ ਆ ਉਹ ਪਾਕਿਸਤਾਨ ਗਏ ਹੋਏ ਸੀ ਤੇ ਮਾਰਕੀਟ ਵਿੱਚ ਕਹਿ ਲਓ ਕਿ ਸਿਰਫ ਅਸੀਂ 4 ਜਣੇ ਹੀ ਰਹਿ ਗਏ ਸੀ ਤੇ ਅਸੀਂ ਅੰਦਰ ਬੰਦ ਹੋ ਗਏ। ਬੱਤੀ ਬੰਦ ਹੋ ਗਈ, ਪਾਣੀ ਬੰਦ ਹੋ ਗਿਆ। ਲਿਮਿਟਿਡ ਰਿਸੋਰਸਿਸ ਨਾਲ ਅਸੀਂ ਅੰਦਰ ਕੈਦ ਹੋ ਗਏ ਤੇ ਉਸ ਉਮਰ ਤਾਂ ਬਹੁਤ ਛੋਟੀ ਸੀ। ਮੈਂ ਸੀ, ਮੇਰਾ ਬ੍ਰਦਰ ਮੇਰੇ ਤੋਂ 4 ਸਾਲ ਵੱਡਾ ਸੀਗਾ। ਮੇਰੇ ਮਦਰ ਨੇ ਜਿੰਨਾ ਕੁ ਰਾਸ਼ਨ ਜਾਂ ਜਿੰਨਾ ਕੁ ਦੁੱਧ ਸੀ ਉਹਦੀ ਘੁੱਟ ਚਾਹ ਬਣਾ ਕੇ ਸਾਨੂੰ ਦੇਣੀ ਤੇ ਇੱਕ ਹੈਂਡ ਪੰਪ ਹੈਗਾ ਸੀ ਸਾਡੇ ਅੰਦਰ ਜਿਹਦੇ ਕਰਕੇ ਕਿ ਅਸੀਂ ਸਰਵਾਈਵ ਕਰ ਸਕੇ ਕਿਉਂਕਿ ਪਾਣੀ ਦੀ ਸਪਲਾਈ ਵੀ ਬੰਦ ਸੀਗੀ। ਉਹਨੂੰ ਵੀ ਮੇਰੇ ਫਾਦਰ ਨੇ ਹੌਲੀ ਗੇੜਨਾ ਕਿ ਬਾਹਰ ਆਵਾਜ਼ ਨਾ ਜਾਏ। ਫਿਰ ਮੇਰੇ ਫਾਦਰ ਨੇ ਕਹਿ ਲਓ ਕਿ ਇੰਨਾ ਉਹਨਾਂ 'ਚ ਹੌਸਲਾ ਸੀ ਕਿ ਉਹਨਾਂ ਨੇ ਇੱਕ ਰੱਸੀ ਨਾਲ ਜਿਹੜਾ ਪੱਖਾ ਖਿੱਚੀਦਾ ਸੀ ਪੁਰਾਣੇ ਜ਼ਮਾਨੇ 'ਚ ਉਹ ਬਣਾਇਆ ਤੌਲੀਆ ਟੰਗ ਕੇ ਕਿ ਗਰਮੀ ਬਹੁਤ ਜ਼ਿਆਦਾ, ਜੇਠ ਦਾ ਮਹੀਨਾ ਸੀ ਕਿ ਬੱਚੇ ਮੇਰੇ ਗਰਮੀ 'ਚ ਕਿਸ ਤਰ੍ਹਾਂ ਸਰਵਾਈਵ, ਉੱਤੋਂ ਬੰਬ ਸ਼ੈਲਿੰਗ ਹੋ ਰਹੀ ਹੈ, ਸੇਕ ਇੰਨਾ ਹੈਗਾ ਸੀਗਾ। 7 ਤਰੀਕ ਨੂੰ ਜਦੋਂ 1 ਘੰਟੇ ਵਾਸਤੇ ਅਨਾਉਂਸਮੈਂਟ ਹੋਈ ਕਿ ਕਰਫਿਊ ਖੁੱਲ੍ਹਾ ਤੇ ਤੁਸੀਂ ਬਾਹਰ ਨਿਕਲ ਸਕਦੇ ਹੋ ਜਿਹੜਾ ਵੀ ਕੋਈ ਹੈਗਾ, ਅਸੀਂ ਦਰਵਾਜ਼ੇ ਥਾਨੀ ਮੇਰੇ ਫਾਦਰ ਨੇ ਸਾਨੂੰ ਅੱਗੇ ਲਿਆ ਤੇ ਦਰਵਾਜ਼ਾ ਖੋਲ੍ਹਿਆ। ਮੇਰੇ ਮਦਰ ਸੀਗੇ ਨਾਲ, ਦੇਖਿਆ ਬਾਹਰ ਟੈਂਕ ਖੜੇ ਨੇ ਤੇ CRP ਵਾਲੇ ਨੇ ਜਾਂ ਫੌਜ ਵਾਲੇ ਨੇ, ਮੈਂ ਹੁਣ ਇੰਨਾ ਡਿਟੇਲ ਦੇ ਵਿੱਚ ਨਹੀਂ ਮੈਨੂੰ ਪਤਾ। ਉਹਨਾਂ ਨੇ ਆਪਣੀਆਂ ਕੰਬਾਈਨਸ ਦੇ ਮੂੰਹ ਸਾਡੇ ਵੱਲ ਮੋੜ ਦਿੱਤੇ ਪਰ ਪਤਾ ਨਹੀਂ ਉਹਨਾਂ ਦੇ ਦਿਲ 'ਚ ਰਹਿਮ ਆ ਗਿਆ, ਕੀ ਆ ਗਿਆ। ਅਸੀਂ ਛੋਟੇ ਬੱਚੇ ਦੇਖ ਕੇ ਉਹਨਾਂ ਨੇ ਸਾਨੂੰ ਇਸ਼ਾਰਾ ਕਰ ਦਿੱਤਾ ਕਿ ਤੁਸੀਂ ਅੰਦਰ ਹੋ ਜਾਓ। ਉਸ ਤੋਂ ਬਾਅਦ ਅਸੀਂ ਅੰਦਰ ਹੋ ਗਏ। ਮੇਰੇ ਚਾਚਾ ਹੀ ਹਰੀ, ਸਾਡੀ ਫੈਮਿਲੀ, ਮੇਰੇ ਗ੍ਰੈਂਡਫਾਦਰ, ਉਹ ਸਾਰੇ ਬਾਅਦ ਵਿੱਚ ਦੱਸਦੇ ਰਹੇ ਕਿ ਬੜੇ ਹੀ ਤਰਲੇ ਮਿੰਨਤਾਂ ਕਰਦੇ ਰਹੇ CRP ਦੀਆਂ, ਅਫਸਰਾਂ ਦੀਆਂ ਕਿ ਸਾਡੇ ਉੱਥੇ ਫੈਮਿਲੀ ਮੈਂਬਰਸ ਹੈਗੇ ਨੇ। ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਸੀ, ਸਭ ਮਾਰੇ ਗਏ, ਸਭ ਮਾਰੇ ਗਏ। ਤੇ ਪਰ ਫਿਰ ਵੀ ਇਹਨਾਂ ਨੇ ਇੱਕ ਜ਼ਿੱਦ ਪਕੜੀ ਰੱਖੀ ਕਿ ਨਹੀਂ ਚਲੋ ਸਾਨੂੰ ਦੇਖ ਤੇ ਆਉਣ ਦਿਓ। ਸਾਡੇ ਮੈਂਬਰਸ ਉੱਥੇ ਅੰਦਰ ਹੈਗੇ ਸੀ। 10 ਤਰੀਕ ਨੂੰ ਸਾਡਾ ਬੂਹਾ ਖੜਕਾਇਆ ਤੇ ਬਾਹਰ ਇਹ ਖੜੇ ਸੀਗੇ ਚਾਚਾ ਜੀ ਹਰੀ ਤੇ ਇਹਨਾਂ ਨੇ ਸਾਨੂੰ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਸਾਡੇ ਤੱਕ ਪਹੁੰਚ ਕਰਕੇ ਤੇ ਸਾਨੂੰ ਬਾਹਰ ਕੱਢਿਆ। ਤੇ ਉਹ ਇੱਕ ਪਹਿਲਾ ਰਿਐਕਸ਼ਨ ਸੀਗਾ ਕਿ ਅਸੀਂ ਬਹੁਤ ਛੋਟੇ ਆ। ਉਹ ਮਾਹੌਲ ਨੂੰ ਇਸ ਵੇਲੇ ਸੋਚਣਾ ਕਿ ਪਤਾ ਨਹੀਂ ਰੱਬ ਨੇ ਕਿਹੜੀ ਹਿੰਮਤ ਮੇਰੇ ਫਾਦਰ ਨੂੰ, ਮੇਰੇ ਮਦਰ ਨੂੰ, ਮੇਰੇ ਬ੍ਰਦਰ ਨੂੰ, ਸਾਨੂੰ, ਮੈਂ ਆਪਣਾ ਤਾਂ ਕਹਿ ਹੀ ਨਹੀਂ ਸਕਦੀ ਕਿਉਂਕਿ ਮੈਂ ਤਾਂ ਬਹੁਤ ਛੋਟੀ ਸੀ। ਹਿੰਮਤ ਚੀਜ਼ ਦਾ ਉਦੋਂ ਸਾਨੂੰ ਪਤਾ ਹੀ ਨਹੀਂ ਸੀ। ਪਰ ਇਹ ਹੈ ਕਿ ਉਹਨਾਂ ਨੇ ਜਿਸ ਹਿੰਮਤ ਨਾਲ ਉਹ 10 ਦਿਨ ਅਸੀਂ ਅੰਦਰ ਕੱਟੇ ਨੇ, ਉਹ ਅੱਜ ਸੋਚਦਿਆਂ ਤੇ ਕ੍ਰਿਸ਼ਮਾ ਹੀ ਲੱਗਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ। ਜੇਠ ਦਾ ਮਹੀਨਾ, ਜੂਨ ਦਾ ਮਹੀਨਾ, ਤਪਦੀ ਦੁਪਹਿਰ ਔਰ ਬਿਜਲੀ ਦਾ ਕਨੈਕਸ਼ਨ ਕੱਟ ਦੇਣਾ। ਗਰਮੀ ਦੇ ਵਿੱਚ ਬਿਜਲੀ ਔਰ ਪਾਣੀ 2 ਚੀਜ਼ਾਂ ਨੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਔਰ ਦੋਵੇਂ ਚੀਜ਼ਾਂ ਤੋਂ ਵਾਂਝੇ ਰੱਖਿਆ ਗਿਆ। ਤੁਸੀਂ ਜਿੱਦਾਂ ਦੱਸਿਆ ਕਿ ਸਿਰਫ ਦੁੱਧ ਦੀ ਘੁੱਟ ਜਿਹੜੀ ਆ ਉਹਦੇ ਨਾਲ ਥੋੜੀ ਚਾਹ, ਖਾਣ ਪੀਣ ਦਾ ਸਮਾਨ ਅੰਦਰ ਕੋਈ ਮੁਹੱਈਆ ਨਹੀਂ ਕਰਵਾਇਆ ਜਾਂਦਾ? ਨਹੀਂ, ਕੋਈ ਬਿਲਕੁਲ ਬੰਦ ਸੀਗਾ। ਉਹ ਤਾਂ ਕਹਿ ਲਓ ਕਿ ਅਸੀਂ ਬਾਹਰ ਝਾਤੀ ਵੀ ਨਹੀਂ ਸੀ ਮਾਰ ਸਕਦੇ। ਤੁਸੀਂ ਸੋਚ ਲਓ ਕਿ ਇੱਕ ਹੈਂਡ ਪੰਪ ਦੀ ਆਵਾਜ਼ ਵੀ ਅਸੀਂ ਸੋਚ ਕੇ ਉਹਨੂੰ ਕਰਦੇ ਸੀਗੇ ਕਿ ਕਿਤੇ ਹੈਂਡ ਪੰਪ ਦੀ ਆਵਾਜ਼ ਬਾਹਰ ਨਾ ਸੁਣਾਈ ਦੇ ਜਾਵੇ ਕਿਉਂਕਿ ਸਿੱਧੇ ਹੀ ਸ਼ੈਲਿੰਗ ਫਿਰ ਉਹਨਾਂ ਨੇ ਦਰਵਾਜ਼ਿਆਂ ਥਾਣੀ ਕਰ ਦੇਣੀ ਸੀਗੀ ਕਿਉਂਕਿ ਉਸ ਵੇਲੇ
ਹਰ ਪਾਸੇ ਦੁਸ਼ਮਣ ਹੀ ਨਜ਼ਰ ਆ ਰਿਹਾ ਸੀ ਉਹਨਾਂ ਨੂੰ। ਇੰਨੇ ਬੇਦੋਸ਼ੇ ਬੇਗੁਨਾਹ ਜਿਹੜੇ ਅੰਦਰ ਮਾਰੇ ਗਏ, ਜਿਹੜੇ ਕਿ ਯਾਤਰੂ ਆਏ ਹੋਏ ਸੀ ਉਸ ਵੇਲੇ, ਉਹਨਾਂ ਸਾਹਮਣੇ ਤੇ ਉਹ ਸਾਰੇ ਦੁਸ਼ਮਣ ਹੀ ਸੀਗੇ, ਛੋਟੇ ਛੋਟੇ ਬੱਚੇ। ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਜਾਂਦੇ ਰਹੇ, ਉਹ ਹੋਰ ਵੀ ਦਰਦਨਾਕ ਮੰਜ਼ਰ ਸੀਗਾ। ਜਦੋਂ ਪਹਿਲੀ ਵਾਰ ਕਦੋਂ ਦਰਬਾਰ ਸਾਹਿਬ ਗਏ, ਹਮਲਾ ਹੋਇਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ? 26 ਤੋਂ ਬਾਅਦ ਹੀ, 26 ਤਰੀਕ ਤੋਂ ਬਾਅਦ ਹੀ। ਤੇ ਪਰ ਜਿਸ ਤਰ੍ਹਾਂ ਲਹੂ ਨਾਲ ਭਿੱਜੇ ਉੱਥੇ ਕੱਪੜੇ ਸੁੱਕਣੇ ਪਏ ਸੀਗੇ ਤੇ ਉਹ ਲੀਰਾਂ ਪਈਆਂ ਸੀਗੀਆਂ ਕਿ ਆਪਣੀ ਤੁਸੀਂ ਪਛਾਣ ਕਰ ਲਓ। ਮੈਂ ਤੇ ਕਹਿੰਨੀ ਕਿ ਉਹਨਾਂ ਲੋਕਾਂ ਦੀ ਵੀ ਬੜੀ ਹਿੰਮਤ ਸੀ ਜਿਨ੍ਹਾਂ ਨੇ ਉਹਨਾਂ ਤੋਂ ਆਪਣੇ ਘਰਦਿਆਂ ਦੀ ਪਛਾਣ ਕੀਤੀ, ਆਪਣੇ ਫੈਮਿਲੀ ਮੈਂਬਰਸ ਦੀ। ਬਹੁਤ ਸਾਰਾ ਰੋਣ ਕੁਰਲਾਹਟ ਵੀ ਉਸ ਵੇਲੇ ਤੁਸੀਂ ਵੇਖੀ ਹੋਏਗੀ, ਔਰ ਬਾਲ ਮਨ 'ਤੇ ਇਹ ਚੀਜ਼ਾਂ ਬਹੁਤ ਡੂੰਘਾ ਅਸਰ ਛੱਡਦੀਆਂ। ਮੈਂ ਤਾਂ ਇਹੀ ਸੋਚਦੀ ਹਾਂ ਕਿ ਅੱਜ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਹੀ ਹਾਂ ਤੇ ਕੋਈ ਕਹੇਗਾ 12 ਸਾਲ ਦਾ ਬੱਚਾ ਕੀ ਹੁੰਦਾ, ਪਰ ਨਹੀਂ, ਇਹ ਚੀਜ਼ਾਂ ਅਸਰ ਕਰਦੀਆਂ ਨੇ ਤੇ ਇਹਨਾਂ ਚੀਜ਼ਾਂ ਨੇ ਅਸਰ ਕੀਤਾ ਵੀ ਹੈ। ਅੱਜ ਵੀ ਇੱਕ ਇੱਕ ਚੀਜ਼ ਸਾਨੂੰ ਯਾਦ ਹੈ ਕਿ ਅਸੀਂ ਕਿਸ ਤਰ੍ਹਾਂ ਇੱਥੇ ਅੰਦਰ ਕੁਆਟਰ ਹੈਗਾ ਸਾਡਾ, 2 ਕਮਰੇ ਹੈਗੇ ਨੇ, ਉੱਤੇ ਮੁੱਗ ਹੁੰਦਾ ਸੀ, ਉੱਥੋਂ ਸ਼ੈਲਿੰਗ ਅੰਦਰ ਤੱਕ ਆਉਂਦੀ ਸੀਗੀ ਤੇ ਕਿਸ ਤਰ੍ਹਾਂ ਮੇਰੇ ਫਾਦਰ ਨੇ ਜਾਂ ਮੇਰੇ ਮਦਰ ਨੇ ਕਿਸ ਤਰ੍ਹਾਂ ਉਹ ਸਾਨੂੰ ਪ੍ਰੋਟੈਕਟ ਕੀਤਾ ਹੋਣਾ, ਜਾਂ ਕਿਸ ਤਰ੍ਹਾਂ ਉਹ ਹਿੰਮਤ ਨਾਲ ਉਹ ਸਮਾਂ ਗੁਜ਼ਾਰਿਆ। ਹਾਂ, ਤੁਸੀਂ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਰਹਿੰਦੇ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਰਿਹਾਇਸ਼ ਵੀ ਇੱਥੇ ਹੀ ਸੀ, ਔਰ ਜਦੋਂ 1 ਤੋਂ 6 ਜੂਨ ਨੂੰ ਫਾਇਰਿੰਗ ਹੁੰਦੀ ਰਹੀ, ਬੰਬ ਬਲਾਸਟ ਹੁੰਦੇ ਰਹੇ, ਤਾਂ ਚੀਕ ਕੁਰਲਾਹਟ ਦੀ ਆਵਾਜ਼, ਜਿਸ ਤਰ੍ਹਾਂ ਗੁਰੂ ਰਾਮਦਾਸ ਸਰਾਂ ਦੇ ਵਿੱਚ ਮੰਜ਼ਰ ਬਹੁਤ ਭਿਆਨਕ ਰਿਹਾ, ਉਹ ਸਭ ਆਵਾਜ਼ ਤਾਂ ਇੱਥੇ ਤੱਕ ਪਹੁੰਚਦੀ ਹੋਏਗੀ ਨਾ? ਗੋਲੀਆਂ ਦੀ ਆਵਾਜ਼ ਜਾਂ ਬੰਬਸ ਦੀ ਆਵਾਜ਼ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਆਵਾਜ਼ ਮੇਰੀ ਹੋਸ਼ ਵਿੱਚ ਮੈਨੂੰ ਯਾਦ ਨਹੀਂ ਹੈ, ਕਿਉਂਕਿ ਇੰਨੀ ਜ਼ਿਆਦਾ ਬੰਬਿੰਗ ਤੇ ਸ਼ੈਲਿੰਗ ਸੀਗੀ, ਕੰਟੀਨਿਊਸਲੀ ਸੀਗੀ। ਤੇ ਇਸ ਕਰਕੇ ਕਹਿ ਲਓ ਕਿ ਇੱਕ ਸਹਿਮ ਵੀ ਸੀ ਤੇ ਜਾਂ ਉਸ ਵੇਲੇ ਅਸੀਂ ਇੰਨੇ ਕੁ ਨਾ ਸਮਝ ਸੀਗੇ ਕਿ ਅਸੀਂ ਕਿਹੜੀ ਚੀਜ਼ ਵੱਲ ਧਿਆਨ ਦੇਣਾ ਤੇ ਕਿਹੜੀ ਵੱਲ ਨਹੀਂ ਦੇਣਾ। ਇਸ ਕਰਕੇ ਇਹ ਹੈ ਕਿ ਉਸ ਟਾਈਮ ਦੇ ਉੱਤੇ ਇੱਕ ਸਰਵਾਈਵਲ ਜਿਹੜਾ ਸਾਡਾ, ਉਹਨੂੰ ਤੇ ਮੈਂ ਰੱਬ ਦੀ ਮਿਹਰ ਹੀ ਕਹਿੰਦੀ ਹਾਂ, ਜਾਂ ਸਾਡੇ ਵੱਡਿਆਂ ਦਾ ਜਿਹੜਾ ਉਹਨਾਂ ਨੇ ਆਸ਼ੀਰਵਾਦ ਦਿਆ ਜਿਹੜਾ, ਨਹੀਂ ਤੇ ਉਹਨਾਂ ਦਾ ਪਹਿਲਾ ਲਫ਼ਜ਼ ਹੀ ਹੁੰਦਾ ਸੀ, ਜਿੰਨੇ ਵੀ ਸਾਡੇ ਰਿਲੇਟਿਵਸ ਉਹਨਾਂ ਨੇ ਕਹਿਣਾ ਸਾਡੇ ਅੰਦਰ ਫਸੇ ਹੋਏ ਲੋਕ, ਸਾਡੀ ਫੈਮਿਲੀ ਮੈਂਬਰਸ, ਬੱਚੇ ਹੈਗੇ ਨੇ, ਸਭ ਨੇ ਇਹੀ ਕਹਿਣਾ ਕੋਈ ਨਹੀਂ ਬਚਾ। ਉਹ ਹਿੰਦੂ ਸੀਗੇ CRPF ਵਾਲੇ, ਕੋਈ ਨਹੀਂ ਬਚਾ, ਸਭ ਮਾਰੇ ਗਏ। ਤੇ ਉਹਨਾਂ ਦੀ ਜਿਹੜੀ ਕਹਿ ਲਓ ਕਿ ਮਨੋਦਸ਼ਾ, ਇਹ ਵੀ ਬਹੁਤ ਕਿਸ ਤਰ੍ਹਾਂ ਉਹ ਕਿੰਨੀ ਵਾਰੀ ਉਹ ਵਾਪਸ ਚਲੇ ਜਾਂਦੇ ਸੀਗੇ, ਤਰਲੇ ਮਿੰਨਤਾਂ ਕਰਨੀਆਂ ਨਹੀਂ ਆਉਣ ਦਿੰਦੇ ਸੀ, ਫਿਰ ਉਹ ਵਾਪਸ ਚਲੇ ਜਾਂਦੇ ਸੀ। ਅਖੀਰ 10 ਤਰੀਕ ਨੂੰ ਫਿਰ ਸਾਡੇ ਤੱਕ ਪਹੁੰਚ ਕੀਤੀ ਉਹਨਾਂ ਨੇ ਕਿ ਚਲੋ ਨਹੀਂ ਵੀ ਬਚੇ, ਸਾਨੂੰ ਦੇਖ ਤਾਂ ਲੈਣ ਦਿਓ ਵੀ ਹੈਗੇ ਕਿ ਨਹੀਂ ਹੈਗੇ। ਇਸ ਤਰ੍ਹਾਂ ਦਾ ਬਸ ਸਮਾਂ ਸੀਗਾ, ਕਹਿ ਲਓ ਕਿ ਸਾਡੀ ਲਾਈਫ ਦੇ ਵਿੱਚ ਇਹ ਇੱਕ ਕਹਿ ਲਓ ਕਿ ਦੁੱਖ ਭਰੀ ਯਾਦ ਹੈਗੀ ਹੈ, ਕਦੇ ਨਹੀਂ ਭੁਲਾਈ ਜਾ ਸਕਦੀ। ਬਾਜ਼ਾਰ ਜਿਹੜੇ ਨੇ ਉਹ ਜਿਵੇਂ ਹੁਣ ਜਦੋਂ ਵੀ ਆਪਾਂ ਦਰਬਾਰ ਸਾਹਿਬ ਆਉਂਦੇ ਹਾਂ, ਨਤਮਸਤਕ ਹੋਣ ਆਉਂਦੇ ਹਾਂ, ਤਾਂ ਦੇਖਦੇ ਹਾਂ ਕਿ ਬਾਜ਼ਾਰ ਬਹੁਤ ਜਿਹੜੀ ਰੌਣਕ ਆ ਉਹ ਦਰਬਾਰ ਸਾਹਿਬ ਦੇ ਗਲਿਆਰੇ ਦੀ ਵਧਾਉਂਦੇ ਨੇ। ਪਰ ਉਸ ਵੇਲੇ ਇਹੋ ਜਿਹਾ ਦੌਰ ਸੀ ਕਿ ਕਰਫਿਊ ਲੱਗ ਗਿਆ, ਦੁਕਾਨਾਂ ਬੰਦ, ਬਾਜ਼ਾਰ ਬੰਦ, ਸਭ ਕੁਝ ਬੰਦ, ਈਵਨ ਕਿ ਘਰਾਂ ਤੋਂ ਬਾਹਰ ਝਾਤੀ ਮਾਰਨ, ਤਾਕੀ ਦੇ ਥਾਣੀ ਝਾਤੀ ਮਾਰਨ ਦੀ ਵੀ ਇਜਾਜ਼ਤ ਨਹੀਂ ਸੀ। ਉਸ ਤੋਂ ਬਾਅਦ ਨੋਰਮਲ ਸਭ ਕੁਝ ਕਦੋਂ ਹੋਇਆ, ਬਾਜ਼ਾਰ ਕਦੋਂ ਖੁੱਲ੍ਹੇ, ਆਵਾਜਾਈ ਜਿਹੜੀ ਆ ਕਹਿੰਦੇ ਆ ਕਿ ਜ਼ਿੰਦਗੀ ਲਈ ਤੇ ਹੌਲੀ ਹੌਲੀ ਆਉਣੀ ਸ਼ੁਰੂ ਹੁੰਦੀ ਆ, ਸਭ ਕੁਝ ਨੋਰਮਲ ਹੋਣਾ ਕਦੋਂ ਸ਼ੁਰੂ ਹੋਇਆ? ਤਾਂ ਇੰਨਾ ਕੁ ਯਾਦ ਹੈਗਾ ਕਿ ਕਾਫੀ ਦੇਰ ਤੱਕ ਕਾਰਨਰ ਦੇ ਉੱਤੇ ਅਰੋੜਾ ਹਸਪੀਟਲ ਹੁੰਦਾ ਸੀਗਾ, ਉਸ ਤੋਂ ਅੱਗੇ ਅਲਾਉਡ ਨਹੀਂ ਸੀਗਾ ਕਿਸੇ ਨੂੰ ਆਉਣਾ ਜਾਣਾ। ਅਸੀਂ ਇੱਥੇ ਰਹਿੰਦੇ ਸੀਗੇ, ਜਿਨ੍ਹਾਂ ਦੇ ਕੁਆਟਰਸ ਹੈਗੇ ਸੀ ਉਹ ਆ ਜਾ ਸਕਦੇ ਸੀਗੇ, ਤੇ ਪਰ ਉਸ ਤਰ੍ਹਾਂ ਕਿਸੇ ਨੂੰ ਅਲਾਉਡ ਬਹੁਤ ਦੇਰ ਤੱਕ ਸੀਗਾ ਕਿ ਅਲਾਉ ਨਹੀਂ ਸੀ ਕਰਦੇ ਅੱਗੇ ਵਹੀਕਲ ਆਉਣਾ ਜਾਂ ਤੁਸੀਂ ਕਿਸੇ ਚੀਜ਼ ਦੇ ਉੱਤੇ ਆ ਸਕੋ। ਮੈਨੂੰ ਤਾਂ ਇਸ ਤਰ੍ਹਾਂ ਹੀ ਯਾਦ ਹੈ ਕਿ CRP ਵਾਲੇ ਤੇ ਅਸੀਂ ਬੜੀ ਫਰੀਲੀ ਇੱਥੇ ਤੁਰੇ ਫਿਰਦੇ ਰਹਿੰਦੇ ਸੀਗੇ, ਪਰ ਉਂਝ ਪਬਲਿਕ ਨੂੰ ਨਹੀਂ ਸੀ ਅਲਾਉਡ ਹੈਗਾ ਕਾਫੀ ਦੇਰ ਤੱਕ। ਇੱਕ ਪਰਟੀਕੂਲਰ ਡੇਟ ਨਹੀਂ ਅਸੀਂ ਕਹਿ ਸਕਦੇ, ਪਰ ਕਾਫੀ ਦੇਰ ਤੱਕ ਇਹ ਰੋਡ ਤਾਂ ਬੰਦ ਹੀ ਰਹੀ ਹੈ, ਜਿਹੜੀ ਹੈ ਬ੍ਰਹਮਬੂਟਾ ਮਾਰਕੀਟ ਵਾਲੀ ਰੋਡ ਹੈ, ਇਹ ਬੰਦ ਰਹੀ ਕਾਫੀ ਦੇਰ ਤੱਕ। ਹਾਂਜੀ, ਸੋ ਇਹ ਅਨੁਭਵ ਨੇ, ਚਸ਼ਮਦੀਦ ਕਹਿ ਲਓ
ਜਿਹੜੇ ਆਪਣੇ ਅਨੁਭਵ ਸਾਂਝੇ ਕਰ ਰਹੇ ਨੇ ਕਿ 1984 ਦਾ ਜਿਹੜਾ ਦੌਰ ਸੀ ਉਸ ਦੌਰਾਨ ਕੀ ਮੰਜ਼ਰ ਸੀ, ਕਿਸ ਤਰੀਕੇ ਦੇ ਨਾਲ ਜਿਸ ਇਹਨਾਂ ਨੇ ਕਿਰਨਦੀਪ ਨੇ ਦੱਸਿਆ ਕਿ ਇਹਨਾਂ ਦੀ ਉਮਰ ਉਸ ਵੇਲੇ 12 ਸਾਲ ਦੀ ਸੀ ਔਰ 12 ਸਾਲ ਦਾ ਇੱਕ ਬੱਚਾ ਜੋ ਬਿਜਲੀ ਦੀ ਆਵਾਜ਼ ਜਦੋਂ ਗਰਜਦੀ ਹੈ ਉਸ ਤੋਂ ਵੀ ਡਰਦਾ ਹੈ, ਤੇ ਕਿਸ ਤਰੀਕੇ ਨਾਲ ਉਸ ਬਾਲ ਮਨ ਨੇ ਬੰਬਾਂ ਤੇ ਗੋਲੀਆਂ ਦੀ ਆਵਾਜ਼ ਜਿਹੜੀ ਆ ਬਰਦਾਸ਼ਤ ਕੀਤੀ ਹੋਏਗੀ। ਬਹੁਤ ਜਜ਼ਬਾ ਤੇ ਬਹੁਤ ਹੌਸਲਾ ਇਹਨਾਂ ਦੇ ਪਰਿਵਾਰ ਦਾ ਵੀ, ਜਿਨ੍ਹਾਂ ਨੇ ਇਹਨਾਂ ਦਾ ਹੌਸਲਾ ਵਧਾਇਆ ਔਰ ਇਹਨਾਂ ਨੂੰ ਡਰ ਮੁਕਤ ਕੀਤਾ। ਇਹ ਇੱਕ ਘਰ ਦੀ ਕਹਾਣੀ ਨਹੀਂ ਹੈ, 1984 ਜੂਨ 1984 ਦੇ ਹਰੇਕ ਪੀੜਤ ਦੀ ਕਹਾਣੀ ਹੈ ਜਿਨ੍ਹਾਂ ਨੇ ਇਹ ਦਰਦ ਹੱਥੀਂ ਹੰਢਾਇਆ। ਜਦੋਂ ਮੈਂ ਇਹਨਾਂ ਨਾਲ ਆਫ ਕੈਮਰਾ ਗੱਲ ਕਰ ਰਹੀ ਸੀ ਤੇ ਸਤਪਾਲ ਦਾਨਿਸ਼ ਜੀ ਨੂੰ ਮੈਂ ਕਿਹਾ ਕਿ ਤੁਸੀਂ ਉਹ ਦੌਰ ਵੇਖਿਆ ਹੋਏਗਾ, ਤਾਂ ਇਹਨਾਂ ਦਾ ਜਵਾਬ ਸੀ ਕਿ ਮੈਂ ਦੌਰ ਵੇਖਿਆ ਨਹੀਂ, ਮੈਂ ਹੱਡੀ ਹੰਢਾਇਆ ਔਰ ਬਹੁਤ ਹਿੰਮਤ ਦੇ ਨਾਲ ਉਸ ਦੌਰ ਦੀ ਫੋਟੋਗ੍ਰਾਫੀ ਵੀ ਕੀਤੀ ਹੈ। 1978 ਤੋਂ ਲੈ ਕੇ 1984 ਤੇ ਬਾਅਦ ਚੋਂ ਵੀ ਜੋ ਤਸਵੀਰਾਂ ਤੁਸੀਂ ਇੰਟਰਨੈਟ ਤੇ ਵੇਖ ਰਹੇ ਹੋ ਉਹ ਇਹਨਾਂ ਦੇ ਕੈਮਰੇ 'ਚ ਕੈਦ ਹੋ ਕੇ ਤੁਹਾਡੇ ਤੱਕ, ਸਾਡੇ ਤੱਕ ਪਹੁੰਚਦੀਆਂ ਨੇ। ਜਦੋਂ ਵੀ ਤੁਸੀਂ ਦਰਬਾਰ ਸਾਹਿਬ ਆਓ ਤੁਸੀਂ ਆ ਕੇ ਵੇਖ ਸਕਦੇ ਹੋ ਤਸਵੀਰਾਂ, ਗੈਲਰੀ ਜੋ ਤੁਸੀਂ ਚਾਹੋ ਤੁਸੀਂ ਲੈ ਵੀ ਸਕਦੇ ਹੋ। ਆਪਰੇਸ਼ਨ ਬਲੂ ਸਟਾਰ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਕਹਾਣੀਆਂ ਨੇ, ਘਟਨਾਵਾਂ ਨੇ, ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ, ਆਪਰੇਸ਼ਨ ਬਲੂ ਸਟਾਰ ਸੰਬੰਧਿਤ ਸਪੈਸ਼ਲ ਪ੍ਰੋਗਰਾਮ ਲੈ ਕੇ। ਫਿਰ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।